ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ। ਔਰ ਇਹ ਵੀਕਲੀ ਪ੍ਰੈਸ ਕਾਨਫਰੰਸ ਜਿਹੜੀ ਆ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਸਪੈਸ਼ਲ ਕੈਂਪੇਨ ਚਲਾਇਆ ਗਿਆ ਡਰੱਗਸ ਦੇ ਖਿਲਾਫ, ਉਹਦੇ ਸੰਬੰਧ 'ਚ ਆਪਾਂ ਕਰ ਰਹੇ ਹਾਂ ਅੱਜ ਫਿਰ। ਸੋ ਇਸ ਵਾਰੀ ਵੀ ਸਾਡਾ ਜਿਹੜਾ ਮੇਨ ਫੋਕਸ ਆ ਉਹ ਪੀਓਜ਼ ਦੇ ਉੱਤੇ ਸੀਗਾ। ਜਿਸ ਤਰ੍ਹਾਂ ਆਪਾਂ ਲਾਸਟ ਟਾਈਮ ਗੱਲ ਕੀਤੀ ਸੀਗੀ ਕਿ ਜਦੋਂ ਦੀ ਇਹ ਕੈਂਪੇਨ ਸਟਾਰਟ ਹੋਈ ਆ ਪੀਓਜ਼ ਸਭ ਤੋਂ ਵੱਧ ਅਰੈਸਟ ਕੀਤੇ ਜਾਣ। ਸੋ 186 ਪੀਓ ਹੁਣ ਤੱਕ ਅਰੈਸਟ ਹੋਏ ਆ ਜਦੋਂ ਦੀ ਇਹ ਕੈਂਪੇਨ ਸਟਾਰਟ ਕੀਤੀ ਆ। ਉਹ 186 ਦੇ ਵਿੱਚ 46 ਪੀਓ ਇਹੋ ਜਿਹੇ ਆ ਜਿਹੜੇ ਦੂਸਰੀਆਂ ਸਟੇਟਸ ਦੇ ਵਿੱਚੋਂ ਜਾ ਕੇ ਫੜੇ ਆ ਔਰ 140 ਪੀਓ ਆ ਜਿਹੜੇ ਪੰਜਾਬ ਦੇ ਵਿੱਚੋਂ ਫੜੇ ਆ। ਸੋ ਉਹਦੇ ਵਿੱਚ ਸਭ ਤੋਂ ਪੁਰਾਣਾ ਜਿਹੜਾ ਪੀਓ ਅਰੈਸਟ ਕੀਤਾ ਹੈ ਉਹ ਲੁਧਿਆਣਾ ਪੁਲਿਸ ਨੇ ਕੀਤਾ, ਜਿਹੜਾ ਕਿ 1985 ਦਾ ਪੀਓ ਸੀਗਾ। ਉਹ ਗੁਰਦੀਪ ਸਿੰਘ ਨਾਮ ਦਾ ਬੰਦਾ ਸੀਗਾ ਜਿਹੜਾ 1985 ਤੋਂ ਭਗੌੜਾ ਚੱਲਦਾ ਆ ਰਿਹਾ ਸੀਗਾ। ਇਸੇ ਤਰ੍ਹਾਂ 1988 ਦਾ ਇੱਕ ਪੀਓ ਫਤਿਹਗੜ੍ਹ ਸਾਹਿਬ ਪੁਲਿਸ ਨੇ ਅਰੈਸਟ ਕੀਤਾ ਹੈ, 1990 ਦਾ ਕੀਤਾ ਹੈ। ਸੋ 1985 ਤੋਂ ਲੈ ਕੇ ਹੁਣ ਤੱਕ ਜਿਹੜੇ ਆ ਉਹ ਪੀਓ ਕਈ ਸੀਗੇ ਜਿਹੜੇ ਫੜੇ ਨਹੀਂ ਗਏ ਸੀ, ਜਿਹੜੇ ਕਿ ਬਹੁਤ ਸਖਤ ਜਿਹੜੇ ਯਤਨ ਸ਼ੁਰੂ ਕੀਤੇ ਹੁਣ ਆਪਾਂ ਉਹਦੇ 'ਚ ਪੀਓ ਜਿਹੜੇ ਨੇ ਉਹਦੇ ਵਿੱਚ ਅਰੈਸਟ ਹੋਏ ਆ। ਸੋ 186 ਟੋਟਲ ਪੀਓ ਹੋਏ। ਸਿਮਿਲਰਲੀ ਜਿਹੜਾ ਆਪਾਂ ਲਾਸਟ ਵੀਕ ਦੇ ਵਿੱਚ ਟੋਟਲ 251 FIR ਦਰਜ ਹੋਈ ਹੈ ਔਰ 335 ਜਿਹੜੇ ਨੇ ਦੋਸ਼ੀ ਅਰੈਸਟ ਹੋਏ ਆ। ਕਮਰਸ਼ੀਅਲ ਕੁਆਂਟਿਟੀ ਦੀ ਜਦੋਂ ਆਪਾਂ ਗੱਲ ਕਰੀਏ 22 ਕੇਸਿਸ ਕਮਰਸ਼ੀਅਲ ਕੁਆਂਟਿਟੀ ਦੇ ਦਰਜ ਹੋਏ ਆ ਔਰ 45 ਬੰਦੇ ਅਰੈਸਟ ਹੋਏ ਆ ਜਿਹੜੇ ਕਿ ਵੱਡੇ ਸਮਗਲਰ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਜਿਹੜੇ ਕਮਰਸ਼ੀਅਲ ਕੁਆਂਟਿਟੀ ਦੇ ਵਿੱਚ ਅਰੈਸਟ ਹੋਏ ਆ। ਸੋ ਜਿਹੜੇ 251 ਮੁਕੱਦਮੇ ਦਰਜ ਹੋਏ ਉਹਦੇ ਵਿੱਚ 22 ਮੁਕੱਦਮੇ ਜਿਹੜੇ ਨੇ ਉਹ ਕਮਰਸ਼ੀਅਲ ਕੁਆਂਟਿਟੀ ਦੇ ਆ ਔਰ 176 ਮੁਕੱਦਮੇ ਜਿਹੜੇ ਆ ਉਹ ਮੀਡੀਅਮ ਕੁਆਂਟਿਟੀ ਦੇ ਆ ਔਰ 53 ਸਮਾਲ ਕੁਆਂਟਿਟੀ ਦੇ ਮੁਕੱਦਮੇ। ਸਭ ਤੋਂ ਵੱਧ FIR ਜਿਹੜੀਆਂ ਦਰਜ ਹੋਈਆਂ ਇਸ ਸਮੇਂ ਦੇ ਦੌਰਾਨ ਉਹ 19 FIR ਕਮਿਸ਼ਨਰੇਟ ਅੰਮ੍ਰਿਤਸਰ ਦੇ ਵਿੱਚ ਦਰਜ ਹੋਈਆਂ, ਬਠਿੰਡਾ ਦੇ ਵਿੱਚ 16 ਔਰ ਸੰਗਰੂਰ ਦੇ ਵਿੱਚ 12 ਦਰਜ ਹੋਈਆਂ। ਕਮਰਸ਼ੀਅਲ ਕੁਆਂਟਿਟੀ ਦੀ ਜਦੋਂ ਆਪਾਂ ਗੱਲ ਕਰੀਏ ਕਮਰਸ਼ੀਅਲ ਕੁਆਂਟਿਟੀ ਦੇ ਵਿੱਚ ਸਭ ਤੋਂ ਵੱਧ FIR ਪਟਿਆਲੇ 'ਚ 3 ਦਰਜ ਹੋਈਆਂ, ਬਠਿੰਡੇ 'ਚ 2 ਔਰ ਮੁਕਤਸਰ 'ਚ ਵੀ 2 ਦਰਜ ਹੋਈਆਂ। ਮੀਡੀਅਮ ਕੁਆਂਟਿਟੀ ਦੇ ਵਿੱਚ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ 15, ਹੁਸ਼ਿਆਰਪੁਰ 'ਚ 11 ਔਰ ਵਿੱਚ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ 11, ਬਠਿੰਡਾ 'ਚ 4 ਔਰ ਲੁਧਿਆਣਾ ਰੂਰਲ 'ਚ 4। ਸੋ ਇਹ ਜਦੋਂ ਆਪਾਂ ਕੁਆਂਟਿਟੀ ਵਾਈਜ਼ ਗਿਣਦੇ ਆ ਜ਼ਿਲ੍ਹਿਆਂ ਦੀ ਪਰਫਾਰਮੈਂਸ ਜਿਹੜੀ ਆ, ਜਿਸ ਤਰ੍ਹਾਂ ਆਪਾਂ ਦੱਸਿਆ ਸੀ ਕਮਰਸ਼ੀਅਲ ਕੁਆਂਟਿਟੀ 'ਤੇ ਸਭ ਤੋਂ ਵੱਧ ਤਵੱਜੋ ਦਿੱਤੀ ਜਾਂਦੀ ਹੈ ਕਿਉਂਕਿ ਉਹਦੇ 'ਚ ਵੱਡੇ ਸਮਗਲਰ ਇਨਵੋਲਵ ਹੁੰਦੇ ਆ ਔਰ ਉਹਦੇ ਵਿੱਚ ਸਜ਼ਾ ਵੀ ਵੱਧ ਹੁੰਦੀ ਹੈ। ਸੋ ਰਿਕਵਰੀ ਜਿਹੜੀ ਆ ਪਿਛਲੇ ਹਫ਼ਤੇ ਦੀ ਉਹਦੇ ਵਿੱਚ 9 ਕਿਲੋ 765 ਗ੍ਰਾਮ ਹੈਰੋਇਨ ਰਿਕਵਰ ਹੋਈ ਹੈ, ਜਿਹਦੇ ਵਿੱਚੋਂ 6 ਕਿਲੋ ਜਿਹੜੀ ਹੈਰੋਇਨ ਆ ਉਹ SSOC ਜਿਹੜਾ ਸਪੈਸ਼ਲ ਸਟਾਫ ਬਣਿਆ ਉਹਨਾਂ ਨੇ ਰਿਕਵਰ ਕੀਤੀ। ਉਹਦੇ ਵਿੱਚ 8 ਕਿਲੋ 685 ਗ੍ਰਾਮ ਓਪੀਅਮ, 915 ਕਿਲੋ ਪੌਪੀ ਹਸਕ ਔਰ 11 ਕਿਲੋ 565 ग्राम गांजा और 49,116 टैबलेट्स ओब्लीक इंजैक्शनस पिल्स ਜਿਹੜੇ ਮੈਡੀਕਲ ਡਰੱਗਸ ਹੁੰਦੇ ਆ ਉਹ ਰਿਕਵਰ ਹੋਏ ਆ ਔਰ 1 ਕਿਲੋ 245 ਗ੍ਰਾਮ ਚਰਸ ਜਿਹੜੀ ਰਿਕਵਰ ਹੋਈ ਹੈ। ਸੋ ਇਹ 15 ਅਗਸਤ ਦਾ ਜਿਹੜਾ ਦਿਹਾੜਾ ਸੀਗਾ ਉਹਦੇ ਕਰਕੇ ਪੁਲਿਸ ਸੁਰੱਖਿਆ ਦੇ ਪ੍ਰਬੰਧ ਦੇ ਵਿੱਚ ਵੀ ਪੂਰੀ ਤਰ੍ਹਾਂ ਮੁਸ਼ਤੈਦ ਵੀ ਸੀਗੀ, ਮਸ਼ਰੂਫ ਸੀਗੀ। ਉਹਦੇ ਬਾਵਜੂਦ ਵੀ ਸਾਰਿਆਂ ਨੇ ਆਪਣਾ ਜਿਹੜਾ ਇਹ ਕੈਂਪੇਨ ਹੈ ਡਰੱਗਸ ਦੇ ਖਿਲਾਫ ਉਹ ਉਸੇ ਤਰ੍ਹਾਂ ਜਾਰੀ ਰੱਖਿਆ ਔਰ ਰਿਕਵਰੀਜ਼ ਵੀ ਅਰੈਸਟ ਵੀ ਉਸੇ ਪੇਸ ਦੇ ਉੱਤੇ ਜਿਹੜੀਆਂ ਹੋ ਰਹੀਆਂ ਵਾ। ਹੁਣ ਅਗਲਾ ਫੋਕਸ ਜਿਹੜਾ ਸਾਡਾ ਵਾ ਉਹ ਪਿਟ NDPS ਐਕਟ ਔਰ ਪ੍ਰਾਪਰਟੀ ਫੋਰਫੀਚਰ ਤੇ ਆ। ਉਹ ਜਿਸ ਤਰ੍ਹਾਂ ਆਪਾਂ ਅੱਗੇ ਵੀ ਗੱਲ ਕਰਦੇ ਉਸ ਤੇ ਟਾਈਮ ਲੱਗਦਾ ਥੋੜਾ ਔਰ ਅਲੱਗ-ਅਲੱਗ ਜ਼ਿਲ੍ਹੇ ਜਿਹੜੇ ਕਮਰਸ਼ੀਅਲ ਕੁਆਂਟਿਟੀ ਦੇ ਅਕਿਊਜ਼ ਜਿਹੜੇ ਫੜੇ ਗਏ ਨੇ ਉਹਨਾਂ ਦੀਆਂ ਹੁਣ ਪ੍ਰਾਪਰਟੀ ਦੀ ਜਿਹੜੀ ਹੈ ਸੂਚਨਾ ਇਕੱਠੀ ਕੀਤੀ ਜਾ ਰਹੀ ਹੈ ਕਰਕੇ ਫਿਰ ਪ੍ਰਪੋਜ਼ਲ ਬਣਾ ਕੇ ਫਰਦਰ ਉਹਦੇ ਵਿੱਚ ਜਿਹੜੀ ਕਾਰਵਾਈ ਕੀਤੀ ਜਾਊਗੀ। ਸੋ ਇਹ ਉਪਲਬਧੀ ਲਾਸਟ ਵੀਕ ਦੀ ਹੈਗੀ ਹੈ ਔਰ ਇਸੇ ਤਰ੍ਹਾਂ ਇਹ ਕੈਂਪੇਨ ਜਿਹੜਾ ਵਾ ਮਾਨਯੋਗ CM ਸਾਹਿਬ ਦੀਆਂ ਹਦਾਇਤਾਂ ਤੇ ਜਿਹੜਾ ਚੱਲ ਰਿਹਾ ਵਾ ਡਰੱਗਸ ਦੇ ਅਗੇਂਸਟ ਉਹ ਇਸੇ ਤਰ੍ਹਾਂ ਜਾਰੀ ਰਹੂਗਾ। ਸਰ ਓਵਰਡੋਜ਼ ਦੇ ਕੇਸ ਕਾਫੀ ਆ ਰਹੇ ਹਨ, ਉਸ ਨੂੰ ਕਿਵੇਂ ਦੇਖਦੇ ਹੋ? ਉਹਦੇ 'ਚ ਅਜੇ ਐਨਾਲਾਈਜ਼ ਕਰ ਰਹੇ ਹਾਂ ਬਿਕੋਜ਼ ਉਹ ਅਲੈਜਡ ਓਵਰਡੋਜ਼ ਦੇ ਕੇਸਿਸ ਨੇ ਪਰ ਅਜੇ ਪੋਸਟਮਾਰਟਮ ਦੀ ਰਿਪੋਰਟ ਆਏਗੀ, ਐਗਜ਼ੈਕਟ ਕਾਜ਼ ਆਫ ਡੈਥ ਜਿਹੜਾ ਪਤਾ ਕੀਤਾ ਜਾ ਰਿਹਾ। ਬਟ ਫਿਰ ਵੀ ਜਿਸ ਏਰੀਆ ਦੇ ਵਿੱਚ ਵੀ ਹੁੰਦੇ ਆ ਉਹਦੇ ਵਿੱਚ ਇੰਸਟਰਕਸ਼ਨਸ ਆ ਕਿ FIR ਵੀ ਦਰਜ ਕੀਤੀ ਜਾਵੇ ਔਰ ਜੇ ਉਹਦੇ ਵਿੱਚ ਪੋਸਟਮਾਰਟਮ ਦੇ ਵਿੱਚ ਆਉਂਦਾ ਹੈ ਕਿ ਉਹ ਡਰੱਗ ਨਾਲ ਡੈਥ ਹੋਈ ਆ ਫਿਰ ਉਹਦਾ ਸੋਰਸ ਪਤਾ ਕਰਕੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ। 1984 1990 ਦੇ ਭਗੌੜਿਆਂ ਦੀ ਸਮੱਸਿਆ ਵਾ ਵੀ ਉਸ ਸਮੇਂ ਤੋਂ ਖਾੜਕੂਵਾਦ ਸੀ ਕਿ ਉਹਨਾਂ ਕੇਸਾਂ ਦੇ ਵਿੱਚ ਭਗੌੜੇ ਸੀ ਜਿਹੜੇ ਨਹੀਂ ਇਹ ਸਾਰੇ ਜਿਹੜੀ ਮੈਂ ਤੁਹਾਨੂੰ ਜਿਹੜੀ ਇਹ ਦੱਸ ਰਿਹਾ ਫਿਗਰ ਇਹ NDPS ਐਕਟ ਦੇ ਕੇਸਾਂ ਦੇ ਭਗੌੜੇ ਜਿਹੜੇ ਆਪਾਂ 186
ਅਰੈਸਟ ਵੀ ਕੀਤੇ ਆ, ਉਹ ਵੀ NDPS ਐਕਟ ਦੇ ਆ। ਜਿਹੜੇ ਪੀਓ ਜਿਹੜੇ ਪੁਰਾਣੇ ਨੇ 1900 ਜਿੱਦਾਂ ਮੈਂ 88 ਦਾ ਦੱਸਿਆ, 99 ਦਾ ਦੱਸਿਆ, ਇਹ ਸਾਰੇ NDPS ਐਕਟ ਦੇ ਕੇਸਾਂ ਦੇ ਪੀਓ, ਡਰੱਗਸ ਦੇ ਪੀਓ। ਭਗੌੜਿਆਂ ਦੀ ਗੱਲ ਕਰ ਰਹੇ ਹਾਂ, ਉਸ ਸਮੇਂ ਤਾਂ ਬਹੁਤ ਸਾਰੇ ਪੁਲਿਸ ਰਿਕਾਰਡ ਦੇ ਵਿੱਚ ਵੈਸੇ ਐਨਕਾਊਂਟਰ ਦੇ ਦੋਸ਼ ਲੱਗੇ ਹੋਏ ਨੇ, ਉਹ ਅਜੇ ਤੱਕ ਭਗੌੜੇ ਚੱਲੇ ਆ ਰਹੇ ਨੇ। ਨਹੀਂ, ਆਪਾਂ NDPS ਐਕਟ ਦੀ ਗੱਲ ਕਰ ਰਹੇ ਹਾਂ। ਇਹ ਵਾਲੇ ਜਿਹੜੇ ਪੀਓ ਆ ਇਹ NDPS ਐਕਟ ਦੇ ਪੀਓ ਆ। देखो जो होएगा कोई यह जी डेवलपमेंट होएगी वो पता लग जाएगा। अजे इस स्टेज पे मेरे लिए कहना बड़ा मुश्किल है कि है। सो मेरी जुरिस्डिक्शन च नहीं गल आती, जो भी कोई डेवलपमेंट होएगी अपने आप पता लग जाएगा। नहीं देखो जो जो रीसेंट आप डेवलपमेंट्स देखिया है, जो जुलाई ऑनवर्ड्स जिवें होया है ਉਹਦੇ ਵਿੱਚ ਤਾਂ ਪੂਰੀ ਤਰ੍ਹਾਂ ਹੁਣ ਉਹਨਾਂ ਨੂੰ ਸਪਰੈਸ ਕੀਤਾ ਗਿਆ ਵਾ। ਸਿਰਫ ਇੱਕ ਦੋ ਅਕਿਊਜ਼ ਜਿਹੜੇ ਨੇ ਰਹਿੰਦੇ ਨੇ ਫੜਨ ਵਾਲੇ, ਉਹਦੇ ਉੱਤੇ ਵੀ ਲੱਗੇ ਹੋਏ ਆ, ਸਾਰੀਆਂ ਟੀਮਸ ਉਸ ਤੇ ਲੱਗੀਆਂ ਹੋਈਆਂ ਔਰ ਸਾਰੇ ਹੀ ਅਕਿਊਜ਼ਡ ਅਰੈਸਟ ਹੋ ਗਏ। ਦੋ ਅਕਿਊਜ਼ ਜਿਹੜੇ ਸੀਗੇ ਉਹ ਐਨਕਾਊਂਟਰ ਦੇ ਵਿੱਚ ਉਹਨਾਂ ਦੀ ਡੈਥ ਵੀ ਹੋਈ ਆ। ਸੋ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਵੀ ਆ ਔਰ ਪਾਰਟਿਕੂਲਰਲੀ ਇਹ ਦੋ ਚੀਜ਼ਾਂ ਫੋਕਸ, ਸਭ ਤੋਂ ਮੇਨ ਫੋਕਸ ਜਿਹੜਾ ਹੈ ਉਹ ਡਰੱਗਸ ਦੇ ਉੱਤੇ ਔਰ ਗੈਂਗਸਟਰਸ ਦੇ ਉੱਤੇ ਆ। नहीं देखो ये ਜਿਹੜੇ ਬੰਦੇ ਫੜੇ ਜਾਂਦੇ ਆ ਨਾ ਜੀ, ਬੜੀ ਪ੍ਰੋਐਕਟਿਵ ਅਪਰੋਚ ਨਾਲ ਫੜੇ ਜਾਂਦੇ ਆ। ਜਿਹੜੇ ਹੁਣ 4 ਬੰਦੇ ਫੜੇ ਆ ਉਹ ਪੰਜਾਬ ਪੁਲਿਸ ਦੀ ਜਿਹੜੇ ਸਪੈਸ਼ਲ ਸੈੱਲ ਆ ਉਹਨਾਂ ਕੋਲ ਇਨਫੋਰਮੇਸ਼ਨ ਸੀ, ਦਿੱਲੀ ਪੁਲਿਸ ਨਾਲ ਕੰਟੈਕਟ ਕੀਤਾ ਗਿਆ, ਉੱਥੋਂ ਈਵਨ ਜਿਨ੍ਹਾਂ ਨੇ ਉਹਨਾਂ ਨੂੰ ਪਨਾਹ ਦਿੱਤੀ ਸੀਗੀ ਉਹ ਵੀ ਫੜੇ ਗਏ ਆ, ਮੇਨ ਜਿਹੜੇ ਬੰਦੇ ਸੀਗੇ ਉਹ ਵੀ ਫੜੇ ਗਏ ਆ। ਸੋ ਇਹ ਸਾਰਾ ਸਾਡਾ ਜਿਹੜਾ ਪ੍ਰੋਐਕਟਿਵ ਅਪਰੋਚ ਦਾ ਹੀ ਨਤੀਜਾ ਵਾ ਔਰ ਇਸ ਤੇ ਲਗਾਤਾਰ ਇਸ ਦੇ ਉੱਤੇ ਕੰਮ ਵੀ ਹੋ ਰਿਹਾ ਵਾ। ਜੇ ਕ੍ਰਾਸ ਬਾਰਡਰ ਹੋਵੇ, ਚਾਹੇ ਉਹ ਅੰਦਰ ਖਾਤੇ ਇੱਥੋਂ ਦੇ ਹੋਣ ਬੰਦੇ ਹੋ, ਚਾਹੇ ਉਹ ਕਨੈਕਸ਼ਨ ਜਿੱਦਾਂ ਦਾ ਮਰਜ਼ੀ ਹੋਵੇ, ਉਹਦੇ ਉੱਤੇ ਪੂਰੀ ਤਰ੍ਹਾਂ ਸਾਡੀ ਨਜ਼ਰ ਆ ਔਰ ਸਾਰੀ ਤਰ੍ਹਾਂ ਦੇ ਸੋਰਸਿਸ, ਚਾਹੇ ਉਹ ਇੰਟੈਲੀਜੈਂਸ ਬੇਸਡ ਹੋਣ, ਬਾਰਡਰ ਦੇ ਉੱਤੇ ਸਰਵੇਲੈਂਸ ਨੂੰ ਲੈ ਕੇ ਹੋਵੇ, ਸਾਰੇ ਪੱਖ ਜਿਹੜੇ ਆ ਉਹਦੇ ਉੱਤੇ ਨਜ਼ਰ ਨਹੀਂ। ਉਹਨਾਂ ਦਾ ਆਲਰੇਡੀ ਸਾਡਾ ਜਿਹੜਾ RCM ਇਸ਼ੂ ਹੋਇਆ ਹੈ, ਐਕਸਟ੍ਰਾਡੀਸ਼ਨ ਦਾ ਪ੍ਰੋਸੈਸ ਚੱਲ ਰਿਹਾ ਵਾ ਔਰ ਉਹਦੇ ਉੱਤੇ ਵੀ ਬਹੁਤ ਫੋਕਸ ਕੀਤਾ ਜਾ ਰਿਹਾ ਕਿ ਇਹਨਾਂ ਨੂੰ ਜਲਦੀ ਐਕਸਟ੍ਰਾਡਾਈਟ ਕਰਕੇ ਇੱਥੇ ਲਿਆ ਕੇ ਔਰ ਕੇਸ ਜਿਹੜੇ ਜਿਹਦੇ ਵਿੱਚ ਵਾਂਟਡ ਨੇ ਉਹ ਕੇਸ ਚਲਾਏ ਜਾਣੇ ਇਹਨਾਂ ਦੇ ਉੱਤੇ। नहीं देखो पुलिस का काम होता सही तफ्तीश करनी और जो भी गल दसनी एविडेंस के बेस ते दसनी। ਜਿਹੜੇ 4 ਦੋਸ਼ੀ ਫੜੇ ਨੇ ਉਹਨਾਂ ਦੀ ਜਿਹੜੀ ਪੁੱਛਗਿੱਛ, ਉਹਨਾਂ ਦੀ ਜਿਹੜੀ ਇੰਟਰੋਗੇਸ਼ਨ ਆ, ਉਹਦੇ ਬੇਸ ਤੇ ਕਨੈਕਸ਼ਨ ਜਿਹੜਾ ਹੈ ਬਿਲਕੁਲ ਸਾਹਮਣੇ ਆਇਆ ਹੈ ਔਰ ਉਹ ਐਂਟੀ ਨੈਸ਼ਨਲ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਹੋਣਾ ਵੀ ਸਾਹਮਣੇ ਆਇਆ ਵਾ। ਸਾਰਾ ਐਵੀਡੈਂਸ ਬੇਸਡ ਆ। ਨਹੀਂ ਇਹੋ ਜਿਹਾ ਪੁਲਿਸ ਦਾ ਤਾਂ ਕੰਮ ਹੀ ਹੈ ਇਹ ਜਿਹੜੇ ਵੀ ਬਦਮਾਸ਼ ਬੰਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਨਾ। ਧਮਕੀਆਂ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਪੁਲਿਸ ਨੂੰ ਕੀ ਧਮਕੀ ਦੇਣੀ ਹੈ? ਪੁਲਿਸ ਨੇ ਤਾਂ ਕੰਮ ਉਹਨਾਂ ਦੇ ਖਿਲਾਫ ਕਰਨਾ ਵਾ, ਚਾਹੇ ਉਹ ਟੈਰਰਿਜ਼ਮ ਹੋਵੇ, ਚਾਹੇ ਗੈਂਗਸਟਰਸ ਹੋਣ, ਚਾਹੇ ਡਰੱਗ ਸਮਗਲਰਸ ਹੋਣ, ਚਾਹੇ ਇਹਨਾਂ ਦੇ ਆਪਸੀ ਇੰਟਰਕਨੈਕਟਡ ਹੈ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਉਹਦੇ ਖਿਲਾਫ ਲਗਾਤਾਰ ਜਿਹੜਾ ਕੰਮ ਆ ਉਹ ਪੁਲਿਸ ਨੇ ਕਰਨਾ ਹੀ ਕਰਨਾ ਹੈ ਔਰ ਪੁਲਿਸ ਵਚਨਬੱਧ ਹੈ ਇਸ ਚੀਜ਼ ਵਾਸਤੇ ਕਿ ਇਸ ਸਟੇਟ ਨੂੰ ਡਰੱਗਸ ਤੋਂ, ਗੈਂਗਸਟਰਸ ਤੋਂ ਮੁਕਤ ਕਰਨਾ ਹੈ। ਇਹਦੀ ਐਗਜ਼ੈਕਟ ਜਿਹੜੀ ਕੁਆਂਟੀਟੀ ਬਾਰੇ ਨਹੀਂ ਮੈਨੂੰ ਆਈਡੀਆ ਹੈਗਾ, ਬਟ ਪ੍ਰੋਬੇਬਲੀ ਮੀਡੀਅਮ ਕੁਆਂਟੀਟੀ ਦਾ ਹੈ ਜਿੱਥੇ ਤੱਕ ਜਿੰਨਾ ਡਾਟਾ ਮੈਂ ਹੁਣ ਤੱਕ ਕੀਤਾ ਸੀ। ਨਹੀਂ, ਸਭ ਤੋਂ ਜ਼ਿਆਦਾ ਜਿਹੜੇ ਨੇ ਉਹ ਪੌਪੀ ਹਸਕ ਦੇ ਕੇਸਿਸ ਆ ਵਿੱਚ। ਹਾਂਜੀ ਸਰ, ਇੱਕ ਨਾ ਹਾਈ ਕੁਆਂਟੀਟੀ ਸੀ ਰਾਣੋ ਦਾ ਸਰਪੰਚ, ਆਪਾਂ ਡਰ ਦੀ ਗੱਲ ਕਰ ਰਹੇ ਹਾਂ, ਉਹਦੇ ਨਾਲ ਵੀ ਕਨੈਕਸ਼ਨ ਦੀ ਇਨਕੁਆਇਰੀ ਚੱਲੀ ਸੀ, ਬਹੁਤ ਸਾਰੇ ਪੁਲਿਸ ਕੋਰਟ ਵੀ ਸੀਗੇ, ਆਫੀਸਰ ਸੀਗੇ ਵਿੱਚ, ਉਹਦੇ ਜਿਹੜੇ ਆਈਓ ਦੇ ਬਿਆਨ ਲਿਖੇ ਸੀ ਵਾਇਰਲ ਵੀ ਹੋਇਆ ਸੀਗਾ, ਉਹ ਕਿੱਥੇ ਤੱਕ ਕੇਸ ਪਹੁੰਚਿਆ? ਉਹਦੀ ਇਨਵੈਸਟੀਗੇਸ਼ਨ ਚੱਲਦੀ ਪਈ ਹੈ। ਕੁਝ ਬੰਦਿਆਂ ਦਾ ਚਲਾਨ ਉਹਦੇ 'ਚ ਆਲਰੇਡੀ ਹੋ ਚੁੱਕਿਆ ਹੈ। ਕੁਝ ਆਫੀਸਰ ਇਨਵੋਲਵਡ ਸੀ ਜਿਨ੍ਹਾਂ ਦੇ ਖਿਲਾਫ ਦੇਖੋ 2 ਤਰ੍ਹਾਂ ਦੀ ਇਨਵੋਲਵਮੈਂਟ ਸੀ। ਇੱਕ ਉਹ ਜਿਹੜਾ ਕੇਸ ਦਰਜ
ਦਰਜ ਹੋਇਆ ਸੀ ਉਹਦੇ ਵਿੱਚ ਇਨਵੋਲਵਮੈਂਟ ਸੀ। ਇੱਕ ਜਿਹੜੇ ਆ ਕੁਝ ਆਫੀਸਰਸ ਨੂੰ ਚਾਰਜ ਸ਼ੀਟ ਕੀਤਾ ਗਿਆ ਉਹਦੇ ਵਿੱਚ। ਸੋ ਜਿਹੜਾ ਕੇਸ ਦਰਜ ਹੋਇਆ ਸੀਗਾ ਉਹਦਾ ਜਿਹੜਾ ਪ੍ਰਾਇਮਰੀ ਕੇਸ ਸੀਗਾ ਉਹਦਾ ਚਲਾਨ ਕੋਰਟ ਚਲਾ ਗਿਆ ਵਾ। ਜਿਹੜੇ ਆਫੀਸਰਸ ਦੀ ਕ੍ਰਿਮੀਨਲ ਕੇਸ 'ਚ ਸ਼ਮੂਲੀਅਤ ਸਿੱਧੀ ਨਹੀਂ ਆਈ ਉਹਨਾਂ ਦੇ ਖਿਲਾਫ ਜਿਹੜੀ ਡਿਪਾਰਟਮੈਂਟਲ ਜਿਹੜੇ ਪ੍ਰੋਸੀਡਿੰਗਸ ਆ ਚੱਲ ਰਹੀਆਂ ਆਲਰੇਡੀ। ਸਾਰਾ ਚੱਲ ਰਿਹਾ ਜੀ। ਉਹਦਾ ਐਗਜ਼ੈਕਟ ਹੁਣ ਮੈਨੂੰ ਡਿਟੇਲਸ ਨਹੀਂ ਪਤਾ, ਪਰ ਉਹਦੇ ਵਿੱਚ ਪ੍ਰਾਪਰਟੀ ਅਟੈਚ ਹੋਈ ਹੈ ਸ਼ਾਇਦ ਉਸ ਕੇਸ ਦੇ ਵਿੱਚ। ਜੇ ਸਰ ਗੈਂਗਸਟਰਾਂ ਦੀ ਅਸੀਂ ਗੱਲ ਕਰੀਏ ਜਿਹਦਾ ਤੁਸੀਂ ਵੀ ਕਿਹਾ, ਕਈ ਨਾਮ ਸਾਹਮਣੇ ਆ ਰਹੇ, ਚਾਹੇ ਉਹ ਦਾ ਕਨੈਕਸ਼ਨ ਹੋਵੇ, ਰਣਵੀਰ ਸਿੰਘ ਰੋਟੀ ਦਾ ਹੋਵੇ, ਅੱਜ ਕੱਲ੍ਹ ਲਾਗੂਚੰਦ ਗਰੋਹ ਦੇ ਗਰੁੱਪ ਕਾਫੀ ਵੈਪਨਸ ਜਾਂ ਫਿਰ ਡਰੱਗਸ ਲਗਾਤਾਰ ਜਿਹੜਾ ਬੋਰਡਰ ਏਰੀਆ ਤੇ ਹੁਣ ਵੀ ਲਗਾਤਾਰ ਇਹ ਚੀਜ਼ਾਂ ਹੁੰਦੀ ਹੈ, ਕਿਉਂਕਿ ਜਿਹੜੇ ਵੀ ਅਰੈਸਟ ਹੁੰਦੇ ਉਹਨਾਂ ਤੋਂ ਪੁੱਛਗਿੱਛ ਬਹੁਤ ਵੱਡੇ ਖੁਲਾਸੇ ਹੋ ਰਹੇ ਕਿ ਪੰਜਾਬ ਦਾ ਮਾਹੌਲ ਕਿਸ ਤਰ੍ਹਾਂ ਖਰਾਬ ਕਰਨ ਦੀ ਤਸਕਰੀ ਜਿਹੜਾ ਕਰਨਾਲ ਫੜੀ ਗਈ ਸੀ, ਉਸ ਤੋਂ ਬਾਅਦ ਸ਼ਾਹਬਾਦ ਜਿਹੜੇ ਹੈ ਉਹਦੀ ਸ਼ਮਸ਼ੇਰ ਸ਼ੇਰਾ ਰੋਬਿਨ ਨੂੰ ਫੜਿਆ ਸੀਗਾ, ਤੇ ਇਹ ਸਾਰੀ ਬਹੁਤ ਵੱਡਾ ਨੈਕਸਟ ਚੱਲ ਰਿਹਾ। ਇਹਦੇ ਵਿੱਚ ਹਾਲੇ ਤੱਕ ਪੁਲਿਸ ਦੀ ਕਿਸ ਤਰ੍ਹਾਂ ਦੀ ਇਨਵੈਸਟੀਗੇਸ਼ਨ? ਦੇਖੋ, ਸਾਡੇ ਇੱਕ ਤਾਂ ਸਪੈਸ਼ਲਾਈਜ਼ਡ ਵਿੰਗਸ ਬਣੇ ਹੋਏ ਆ ਪੁਲਿਸ ਦੇ ਵਿੱਚ, ਜਿਹਦਾ ਇੰਟਰਨਲ ਸਿਕਿਉਰਿਟੀ ਆ, ਕਾਊਂਟਰ ਇੰਟੈਲੀਜੈਂਸ ਵਿੰਗ ਆ ਸਾਡਾ। ਉਹ ਹੈਗਾ ਜਿਹੜੇ ਸੋਰਸਿਸ ਇੰਟੈਲੀਜੈਂਸ ਦੇ ਬੇਸ ਤੇ ਇਨਫੋਰਮੇਸ਼ਨ ਆਉਂਦੀ ਹੈ। ਜਿੱਥੋਂ ਤੱਕ ਆਪਾਂ ਬਾਰਡਰ ਦੀ ਗੱਲ ਕਰਦੇ ਹਾਂ, ਬਾਰਡਰ ਤੇ BSF ਦੇ ਨਾਲ ਇੱਕ ਸੈਕੰਡ ਲਾਈਨ ਆਫ ਡਿਫੈਂਸ ਵੀ ਆ, ਜਿੱਥੇ ਜਿੱਦਾਂ ਬਾਰਡਰ ਰੇਂਜ ਦੀ ਜਦੋਂ ਆਪਾਂ ਗੱਲ ਕਰੀਏ ਉਹਦੇ ਵਿੱਚ ਕਾਫੀ ਜ਼ਿਲ੍ਹੇ ਆ ਜਾਂਦੇ ਸਾਡੇ, ਫਾਜ਼ਿਲਕਾ ਔਨਵਰਡਸ, ਫਾਜ਼ਿਲਕਾ, ਫਿਰੋਜ਼ਪੁਰ, ਤਰਨਤਾਰਨ, ਰੂਰਲ ਅੰਮ੍ਰਿਤਸਰ ਆ ਜਾਂਦਾ ਉਹਦੇ ਵਿੱਚ, ਫਿਰ ਬਟਾਲਾ, ਗੁਰਦਾਸਪੁਰ, ਪਠਾਨਕੋਟ, ਸਾਰੀ ਜਗ੍ਹਾ ਤੇ ਇੱਕ ਸੈਕੰਡ ਲਾਈਨ ਆਫ ਡਿਫੈਂਸ ਬਣੀ ਹੋਈ ਹੈ। ਔਰ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ DGP ਸਾਹਿਬ, ਮਾਨਯੋਗ DGP ਸਾਹਿਬ ਦੀਆਂ ਹਦਾਇਤਾਂ ਤੇ ਸਪੈਸ਼ਲ ਆਪਰੇਸ਼ਨ ਵੀ ਕੰਡਕਟ ਕੀਤੇ ਜਾਂਦੇ ਆਫ ਐਂਡ ਔਨ, ਕਦੀ ਰੈਂਡਮਲੀ ਬਾਰਡਰ ਏਰੀਆਜ਼ ਦੇ ਵਿੱਚ। ਪਿੱਛੇ ਜੇ ਬਹੁਤ ਸੀਨੀਅਰ ਆਫੀਸਰ, ADGP ਲੈਵਲ ਦੇ ਆਫੀਸਰ, IG ਲੈਵਲ ਦੇ ਆਫੀਸਰਸ, ਉਹਨਾਂ ਦੀ ਸਪੈਸ਼ਲੀ ਬਾਰਡਰ ਏਰੀਆ ਤੇ ਜਿਹੜੀ ਸੈਕੰਡ ਲਾਈਨ ਆਫ ਡਿਫੈਂਸ ਆ ਔਰ ਉਹਨਾਂ ਏਰੀਆਜ਼ ਦੇ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨਸ ਤੇ ਡਿਊਟੀ ਲੱਗੀ ਸੀ। ਸੋ ਸਮੇਂ-ਸਮੇਂ ਤੇ ਇਹ ਜਿਹੜੇ ਸਪੈਸ਼ਲ ਜਿਹੜੇ ਕੈਂਪੇਨ ਆ ਉਹ ਵੀ ਜਾਰੀ ਰਹਿੰਦੇ ਆ, ਬਟ ਲਗਾਤਾਰ ਜਿਹੜੀ ਸਤਰਕਤਾ ਵਾ, ਵਿਜੀਲੈਂਸ ਜਿਹੜੀ ਆ ਉਹ ਲਗਾਤਾਰ ਵੀ ਚੱਲ ਰਹੀ ਹੈ ਸਾਡੀ। ਦੇਖੋ, ਅਸੀਂ ਤਾਂ ਇਹ ਛੁੱਟੀ ਦੇਣਾ ਚਾਹੁੰਦੇ ਜੀ, ਉਹਦੇ ਵਿੱਚ ਪੁਲਿਸ ਵਚਨਬੱਧ ਆ, ਉਹਨਾਂ ਦੇ ਪਰਿਵਾਰ ਨੂੰ 100% ਇਨਸਾਫ ਦਿਵਾਇਆ ਜਾਏਗਾ। ਕਿਸੇ ਦੀ ਵੀ ਸ਼ਮੂਲੀਅਤ ਹੋਵੇ ਕਿਸੇ ਵੀ ਕੇਸ ਦੇ ਵਿੱਚ ਜੋ ਕਾਨੂੰਨ ਮੁਤਾਬਕ। ਨਹੀਂ, ਅਜੇ ਇਹ ਕਹਿਣਾ ਮੇਰੇ ਲਈ ਸੰਭਵ ਨਹੀਂ ਹੋਏਗਾ, ਬਿਕੋਜ਼ ਉਹਦੀ ਇੱਕ ਅਲੱਗ SIT ਬਣੀ ਆ, ਉਹ SIT ਇਨਵੈਸਟੀਗੇਸ਼ਨ ਕਰ ਰਹੀ ਹੈ। ਬਟ ਪੁਲਿਸ ਦੀ ਸਾਈਡ ਤੋਂ ਤਾਂ ਮੈਂ ਇਹ ਕਹਾਂਗਾ ਕਿ ਉਹਦੇ ਵਿੱਚ 100% ਜਸਟਿਸ ਦਿਵਾਇਆ ਜਾਏਗਾ। ਸਰ, ਹੁਣੇ ਖਬਰ ਹੈ ਕਿ ਅੰਮ੍ਰਿਤਸਰ ਦੇ ਇਲਾਕੇ 'ਚ ਪੁਲਿਸ ਵਾਲੇ ਦੀ ਗੱਡੀ ਦੇ ਥੱਲੇ ਬੰਬ ਰੱਖ ਕੇ, ਪੁਲਿਸ ਇੰਸਪੈਕਟਰ ਦੀ ਗੱਡੀ ਦੇ ਬੰਬ ਰੱਖ ਕੇ ਚੱਲ ਗਈ, CCTV ਵੀ ਆ ਗਈ। ਉਹਦੀ ਕਰ ਰਹੇ ਆ ਜੀ, ਉਹ ਮੇਰੀ DCP ਸਾਹਿਬ ਨਾਲ ਹੁਣੇ ਗੱਲ ਹੋਈ ਹੈ ਉੱਥੇ, ਉਹ ਅਜੇ ਇਨਵੈਸਟੀਗੇਸ਼ਨ ਕਰ ਰਿਹਾ। ਕੋਈ ਇੱਕ ਡੈਟੋਨੇਟਰ ਟਾਈਪ ਦਾ ਕੁਝ ਮਿਲਿਆ ਮਟੀਰੀਅਲ ਕੋਈ ਉੱਥੇ, ਸੋ DCP ਇਨਵੈਸਟੀਗੇਸ਼ਨ ਜਿਹੜੇ ਅੰਮ੍ਰਿਤਸਰ, ਉਹਨਾਂ ਨਾਲ ਹੁਣੇ ਮੇਰੀ ਜਸਟ ਗੱਲ ਹੋਈ ਸੀ, ਉਹਦੀ ਇਨਵੈਸਟੀਗੇਸ਼ਨ ਕਰ ਰਹੇ ਆ। ਉਹ ਜੋ ਵੀ ਸਾਹਮਣੇ ਆਏਗਾ ਉਹ ਫਿਰ ਅੱਗੇ ਫਰਦਰ ਡਿਟੇਲਸ ਆਪਾਂ ਦੱਸ ਦਾਂਗੇ। ਜਿਹੜੀ ਪੁਲਿਸ ਆ ਤੁਹਾਡੇ ਹੈਡਕੁਆਰਟਰ ਨਾਲ ਜੁੜਿਆ ਹੋਇਆ ਕੰਮ, ਹੇਠਲੇ ਪੱਧਰ ਤੇ ਇਹ ਸਵਾਲ ਆਉਂਦਾ, ਹੇਠਲੇ ਪੱਧਰ ਤੇ ਪੁਲਿਸ ਬੜੀ ਡਿਪਰੈਸ਼ਨ ਦੇ ਵਿੱਚ ਹੈ ਤੇ ਔਰ ਪਿੱਛੇ ਜੇ ਮੁਹਿੰਮ ਚਲਾਈ ਸੀ ਕਿ ਉਹਨਾਂ ਦੀ ਜਿਹੜੀ ਹੈਗੀ ਹੈ ਉਹਨਾਂ ਦੇ ਟੈਸਟ ਵੀ ਕਰਾਏ ਸੀ ਕਿ ਡਰੱਗ ਤਾਂ ਨਹੀਂ ਲੈ ਰਹੇ, ਡਿਪਰੈਸ਼ਨ ਦੇ ਵਿੱਚ ਆ, ਉਹਨਾਂ ਤੋਂ ਬਾਅਦ ਡਿਊਟੀ ਲੈ ਜਾਂਦੀ ਹੈ। ਉਹ ਕਦੋਂ ਤੋਂ ਤੁਸੀਂ ਉਹਨਾਂ ਨੂੰ ਮੈਂਟਲੀ ਫ੍ਰੀ ਕਰੋਗੇ? ਦੇਖੋ, ਜਿੱਥੋਂ ਤੱਕ ਆਪਾਂ ਗੱਲ ਕਰਦੇ ਹਾਂ ਮੈਡੀਕਲ ਦੀ, ਹਰ ਸਾਲ ਮੈਡੀਕਲ ਹੁੰਦਾ ਹੈ, ਇਹ ਮੈਂਡੇਟਰੀ ਹੁੰਦਾ ਹੈ ਕਿ ਹਰ ਪੁਲਿਸ ਜਿਹੜਾ ਅਫੀਸ਼ੀਅਲ ਆ, ਚਾਹੇ ਉਹ ਕਿਸੇ ਵੀ ਰੈਂਕ ਦਾ ਹੈ, ਉਹਦਾ ਮੈਡੀਕਲ ਹੁੰਦਾ ਹੈ। ਦੂਸਰੀ ਗੱਲ ਹੈਗੀ ਹੈ ਡਿਊਟੀ ਦੀ, ਕਿਉਂਕਿ ਪੁਲਿਸ ਦੀ ਨੌਕਰੀ ਤਾਂ ਟਫ ਹੀ ਆ, ਮਲਟੀਪਲ ਟਾਈਪ ਦੀ ਡਿਊਟੀ ਆ, ਹਰ ਤਰ੍ਹਾਂ ਦੀ ਡਿਊਟੀ ਕਰਨੀ ਪੈਂਦੀ ਹੈ। ਉਹ ਜ਼ਿਲ੍ਹਾ ਵਾਈਜ਼ ਇੱਦਾਂ ਦਾ ਕੋਈ ਪ੍ਰੋਗਰਾਮ ਪਹਿਲਾਂ ਵੀ ਆਪਾਂ ਉਲੀਕਦੇ ਰਹੇ ਹਾਂ ਕਿ ਉਹਨਾਂ ਨੂੰ ਉਹਨਾਂ ਦਾ ਮੈਡੀਕਲ ਜਿਹੜਾ ਹੈ, ਮੈਡੀਕਲ ਹੁੰਦਾ ਹੈ, ਪਰ ਮੈਡੀਕਲ ਨੂੰ ਐਨਾਲਾਈਜ਼ ਕਰਨਾ ਜ਼ਰੂਰੀ ਹੈ ਕਿ ਉਹਦੇ ਵਿੱਚ ਆਪਾਂ ਐਨਾਲਾਈਜ਼ ਕਰੀਏ ਕਿ ਕਿੰਨੇ ਕੁ ਮੁਲਾਜ਼ਮ ਇਹੋ ਜਿਹੇ ਆ ਜਿਹੜੇ ਬਲੱਡ ਪ੍ਰੈਸ਼ਰ ਦੇ ਮਰੀਜ਼ ਆ, ਜਾਂ ਡਾਇਬਟੀਜ਼ ਦੇ ਮਰੀਜ਼ ਆ, ਜਾਂ ਓਬੀਸਿਟੀ ਨੂੰ, ਮੋਟਾਪਾ ਵੀ ਇੱਕ ਤਰ੍ਹਾਂ ਦੀ ਬਿਮਾਰੀ ਹੁੰਦੀ ਹੈ, ਕਿ ਕਿੰਨੇ ਮੋਟਾਪੇ ਦੇ ਉੱਤੋਂ ਪੀੜਤ ਆ। ਉਹਨਾਂ ਨੂੰ ਸੈਗਰੀਗੇਟ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਦਾ ਇਸ ਤਰ੍ਹਾਂ ਦਾ ਕੈਂਪੇਨ ਚਲਾਇਆ ਜਾਵੇ। ਉਹ ਕਈ ਜ਼ਿਲ੍ਹਿਆਂ ਨੇ ਆਪਣੇ ਆਪਣੇ ਲੈਵਲ ਦੇ ਉੱਤੇ ਕੀਤਾ ਹੈ, ਪਰ ਅਸੀਂ ਕੋਸ਼ਿਸ਼ ਕਰਾਂਗੇ ਇਹਨੂੰ ਸਟੇਟ ਲੈਵਲ ਤੇ ਵੀ ਕੋਈ ਨਾ ਕੋਈ ਇੱਕ ਡਾਟਾ ਕ੍ਰੀਏਟ ਕਰਕੇ ਔਰ ਉਹਨਾਂ ਦੀ ਹੈਲਥ ਦਾ ਧਿਆਨ ਰੱਖਿਆ ਜਾਵੇ। ਔਰ ਦੂਸਰੀ ਗੱਲ ਤੁਸੀਂ ਕੀਤੀ ਹੈ, ਦੂਸਰੀ ਗੱਲ ਜਿਹੜੀ ਹੈ, ਜਦੋਂ ਆਪਾਂ ਗੱਲ ਕਰਦੇ ਹਾਂ ਸਾਈਕੋਲੋਜੀਕਲੀ, ਉਹਦੇ ਲਈ ਮੈਡੀਟੇਸ਼ਨ ਆ, ਯੋਗਾ ਹੈ, ਕਾਉਂਸਲਿੰਗ ਆ, ਲਗਾਤਾਰ ਉਹਨਾਂ ਦੀ ਸੁਣਵਾਈ ਹੋਣੀ ਜ਼ਰੂਰੀ ਹੈ। ਸੋ ਇਹ ਸਾਰੇ ਪੱਖ ਜਿਹੜੇ ਆ ਉਹ ਵਧੀਆ ਤੁਹਾਡਾ ਸੁਝਾਅ ਆ, ਇਹ ਅਸੀਂ ਸਾਰੇ ਜ਼ਿਲ੍ਹਿਆਂ 'ਚ ਵੀ ਕੋਸ਼ਿਸ਼ ਕਰਾਂਗੇ।